Good morning, beta. In next topic है which is very important, that is human genome project. जीनोम ਤੇ जीन 'ਚ ਕੀ ਫਰਕ ਹੈ ਬੇਟਾ? जीन ਤਾਂ DNA ਦਾ ਇੱਕ ਛੋਟਾ ਜਿਹਾ ਪਾਰਟ ਹੈ, ਛੋਟਾ ਜਿਹਾ ਕੋਡ ਹੈ, ਠੀਕ ਹੈ, ਟ੍ਰਿਪਲੇਟ ਕੋਡ ਹੈ, ਬਟ जीनोम ਇਟਸ ਅ ਹੋਲ DNA। ਇਹ ਪ੍ਰੋਜੈਕਟ ਬੇਸਿਕਲੀ ਰਨ ਕੀਤਾ ਗਿਆ ਸੀ ਤਾਂ ਜੋ ਅਸੀਂ ਹਿਊਮਨ ਦਾ ਸਾਰਾ DNA ਬਾਰੇ ਜਾਣ ਸਕੀਏ, ਟੂ ਮੇਕ ourselves aware about the codes in DNA which for code for proteins. Okay, so human genome project was conceived in 1984 and began in earnest in October 1990. ਅਸਲ ਦੇ ਵਿੱਚ ਇਹ ਮਲਟੀ ਸੈਂਟਰਿਕ ਇੰਟਰਨੈਸ਼ਨਲ ਕੋਲੈਬੋਰੇਟਿਵ ਵੈਂਚਰ ਹੈ, ਇੱਕ ਦੇਸ਼ ਦਾ ਨਹੀਂ, ਸਾਰਿਆਂ ਦਾ ਇਕੱਠਾ ਹੈ। ਮੇਨ ਏਮ ਕੀ ਹੈ? ਟੂ ਡਿਟਰਮਿਨ ਨਿਊਕਲੀਓਟਾਈਡ ਸੀਕੁਐਂਸ ਆਫ ਐਂਟਾਇਰ ਹਿਊਮਨ ਨਿਊਕਲੀਅਰ ਜੀਨੋਮ, ਕਿ ਸਾਰੀ ਜਿਹੜੀ ਸਾਡੀ ਹਿਊਮਨ ਸਪੀਸ਼ੀਜ਼ ਹੈ ਉਹਦੇ ਅੰਦਰ ਜਿਹੜਾ DNA ਹੈ, ਉਸ DNA ਦੇ ਵਿਚਲੀਆਂ ਜਿਹੜੀਆਂ ਜੀਨਸ ਹੈ ਉਹ ਕਿਸ ਤਰੀਕੇ ਨਾਲ ਅਰੇਂਜ ਹੋਈਆਂ ਅਤੇ ਕਿਹੜੀਆਂ ਕੋਡ ਕਰਦੀਆਂ, ਪ੍ਰੋਟੀਨ ਸਿੰਥਸਿਸ ਕਰਦੀਆਂ, ਅਤੇ ਕਿਹੜੀਆਂ ਨੋਨ ਕੋਡਨ ਹੈ, ਠੀਕ ਹੈ। In 1997, United States established the National Human Genome Research Institute. So HGP ਜਿਹੜਾ ਵਾ ਦਾ ਇੰਟਰਨੈਸ਼ਨਲ ਰਿਸਰਚ ਗਰੁੱਪ ਹੈ, ਬੇਸਿਕਲੀ 6 ਕੰਟਰੀ ਹੈ। ਇਹਦੇ ਵਿੱਚ ਕਿਹੜੀਆਂ 6 ਕੰਟਰੀ ਹੈ? USA, UK, France, Germany, Japan and China. So they have several laboratories and large number of scientists and technicians of various disciplines. ਜਿਹੜਾ ਕੋਲੈਬੋਰੇਟਿਵ ਵੈਂਚਰ ਹੈ, ਇਕੱਠੇ ਹੋ ਕੇ ਕਰ ਰਹੇ ਹੈ, ਇੰਟਰਨੈਸ਼ਨਲ ਹਿਊਮਨ ਜੀਨੋਮ ਸੀਕੁਐਂਸਿਸ ਕੰਸਟੋਰੀਅਮ, ਇਹਦਾ ਆਬਜੈਕਟਿਵ ਕੀ ਹੈ? ਦਾ ਮੇਨ ਆਬਜੈਕਟਿਵ ਇਜ਼ ਟੂ obtain a complete sequence of pooled DNA extracted from cell donated by several anonymous donor. ਕਈ ਲੋਕਾਂ ਨੇ ਆਪਦਾ DNA ਡੋਨੇਟ ਕੀਤਾ, ਉਹਨੂੰ ਚੈੱਕ ਕਰਨਾ ਉਹਦੇ 'ਚ ਕਿਸ ਤਰ੍ਹਾਂ ਦਾ ਸੀਕੁਐਂਸ ਹੈ, ਅਤੇ ਉਸ ਹਿਸਾਬ ਨਾਲ ਅਸੀਂ ਇੱਕ ਜੈਨੇਟਿਕ ਮੈਪ, ਤਾਂ ਜੋ ਅਸੀਂ ਜੈਨੇਟਿਕ ਲਿੰਕੇਜ ਡਿਵੈਲਪ ਕਰ ਸਕੀਏ, ਸਾਡੀਆਂ ਆਪਸ ਦੇ ਵਿੱਚ ਕੀ ਹੈ, ਸਾਡੇ ਜਿਹੜੇ ਅਨਸੈਸਟਰ ਹੈ ਉਹਨਾਂ ਦੇ ਵਿੱਚ ਕੀ ਸੀਗੀਆਂ। ਤਾਂ ਇਸ ਤੋਂ ਇਲਾਵਾ ਟੂ ਡਿਸਕਵਰ ਆਲ ਹਿਊਮਨ ਜੀਨ ਟੂ ਅਲਾਓ ਫਰਦਰ ਸਟੱਡੀ ਆਫ ਹਿਊਮਨ ਜੈਨੇਟਿਕ ਡਿਜ਼ੀਜ਼ਿਜ਼। ਤਾਂ ਜੇਕਰ ਸਾਨੂੰ ਇਹ ਪਤਾ ਹੋਏਗਾ ਕਿ ਜਿਹੜਾ ਜੀਨੋਮ ਹੈ ਉਹਦੇ ਵਿੱਚ ਕਿਸ ਤਰੀਕੇ ਨਾਲ ਜੀਨਸ ਜਿਹੜੀਆਂ ਅਰੇਂਜ ਹੁੰਦੀਆਂ, ਕਿਸ ਤਰੀਕੇ ਨਾਲ ਉਹ ਪ੍ਰੋਟੀਨ ਦੀ ਸਿੰਥਸਿਸ ਕਰਦੀਆਂ, ਜੇ ਇੱਕ ਕੋਡਨ ਚੇਂਜ ਹੋ ਜੇ ਤਾਂ ਕੀ ਹਾਰਮਫੁਲ ਇਫੈਕਟ ਹੋ ਸਕਦੇ ਹੈ, ਤਾਂ ਉਹਦੇ ਨਾਲ ਅਸੀਂ ਜੈਨੇਟਿਕ ਡਿਜ਼ੀਜ਼ਿਜ਼ ਨੂੰ ਸਟੱਡੀ ਕਰ ਸਕਦੇ ਹਾਂ। ਇਸ ਤੋਂ ਇਲਾਵਾ ਇੱਕ ਡਿਵੈਲਪ ਕਰਨਾ ਸਿੰਪਲੀਫਾਈਡ ਆਟੋਨੋਮੇਟਡ ਟੈਕਨੋਲੋਜੀ ਫॉर DNA ਸੀਕੁਐਂਸਿਸ ਪ੍ਰੋਸੈਸ। ਸੌਫਟਵੇਅਰ ਡਿਵੈਲਪਮੈਂਟ ਇਜ਼ ਟੂ ਬੀ ਡਨ, ਤਾਂ ਜੋ DNA ਦੀ ਸੀਕੁਐਂਸਿਸ, ਕਿਉਂਕਿ ਇਹ ਇੱਕ ਹਿਊਮਨ ਬੀਇੰਗ ਦੇ ਲੈਵਲ ਦਾ ਕੰਮ ਨਹੀਂ ਹੈਗਾ, ਇਹ ਕੰਪਿਊਟਰ ਹੀ ਕਰ ਸਕਦਾ ਹੈ ਇਹਦੀ ਸੀਕੁਐਂਸਿੰਗ, ਤਾਂ ਜੋ ਬੜੀ ਤੇਜ਼ੀ ਨਾਲ, ਕਿਉਂਕਿ ਇਹਦੇ ਕੰਬੀਨੇਸ਼ਨਸ ਬਹੁਤ ਜ਼ਿਆਦਾ ਬਣ ਜਾਂਦੇ ਆ, ਇਸ ਕਰਕੇ ਕੰਪਿਊਟਰ ਸੌਫਟਵੇਅਰ ਦੀ ਲੋੜ ਪੈਂਦੀ ਹੈ। ਦਾ HGP ਰਿਜ਼ਲਟ ਅਟਰੈਕਟਡ ਵਰਲਡ ਵਾਈਡ ਅਟੈਂਸ਼ਨ। ਜਿਵੇਂ ਜਿਵੇਂ ਰਿਜ਼ਲਟ ਆਉਣੇ ਸ਼ੁਰੂ ਹੋ ਗਏ ਤਾਂ ਸਾਨੂੰ ਕੀ ਪਤਾ ਲੱਗਿਆ ਕਿ ਲਾਈਫ ਦੀ ਜਿਹੜੀ ਮਿਸਟਰੀ ਹੈ ਉਹ ਕੁਝ ਹੱਦ ਤੱਕ ਪਤਾ ਲੱਗਣੀ ਸ਼ੁਰੂ ਹੋ ਗਈ। ਲਾਇਬ੍ਰੇਰੀ ਆਫ ਲਾਈਫ ਦੀ ਲਾਇਬ੍ਰੇਰੀ ਹੈ ਜਿਹਦੇ 'ਚ ਸਾਰਾ ਕੁਝ ਸਟੋਰ ਹੈ। ਪੀਰੀਓਡਿਕ ਟੇਬਲ ਆਫ ਲਾਈਫ, ਹੋਲੀ ਗ੍ਰੇਲ ਆਫ ਹਿਊਮਨ ਜੈਨੇਟਿਕਸ। The total number of gene in human genome ਕਿੰਨੀਆਂ ਹੈਗੀਆਂ? It's a range of 33,000 to 44,000. 75% ਇਹ ਜਿਹੜੀਆਂ ਜੀਨਸ ਹੈ ਇਹ ਸੇਮ DNA ਸੀਕੁਐਂਸ ਹੈ ਸਾਰੇ ਇੰਡੀਵਿਜੂਅਲ 'ਚ, ਜਿਨ੍ਹਾਂ 'ਚ ਥੋੜ੍ਹੀ ਮੋਟੀ ਮਿਊਟੇਸ਼ਨ ਚੇਂਜ ਹੈਗੀ ਉਹ ਵੱਖਰੀ ਗੱਲ ਹੈ, ਬਟ 75% DNA ਸਾਡਾ ਸੇਮ ਹੈ। ਭਾਵੇਂ ਅਸੀਂ ਕਿਸੇ ਨਾਲ ਵੀ ਸੰਬੰਧ ਨਹੀਂ, ਸਾਡਾ ਬ੍ਰਦਰ ਸਿਸਟਰ ਜਾਂ ਗਾਂ ਦੀ ਗਾਂ ਕੋਈ ਨਹੀਂ, ਬਟ ਫਿਰ ਵੀ ਸਾਰੇ ਹਿਊਮਨ ਬੀਇੰਗਸ ਜਿਹੜੇ ਹੈ ਉਹਨਾਂ ਦਾ 75% DNA ਦਾ ਜਮਾ ਹੀ ਸੇਮ ਹੈ। ਐਨੀ ਟੂ ਹਿਊਮਨ ਜੀਨੋਮ ਆਰ ਅਪਰੋਕਸੀਮੇਟਲੀ 99.9% ਆਈਡੈਂਟੀਕਲ ਇਨ ਸੀਕੁਐਂਸ। ਅਤੇ ਜੇ ਗਾਂ ਸੀਕੁਐਂਸਿਸ ਦੀ ਗੱਲ ਕਰੀਏ ਤਾਂ ਜਿਹੜਾ ਸੀਕੁਐਂਸ ਕੋਡਨ ਹੈ ਉਹ 99.9% ਸੇਮ ਹੁੰਦਾ। ਇਹਦਾ ਮਤਲਬ
0.1% variation among individual is very drastic and very consequenceable। ਤਾਂ ਉਹਦੇ ਨਾਲ ਅਸੀਂ ਦੇਖ ਰਹੇ ਹਾਂ ਕਿ ਅਸੀਂ ਕਿੰਨੇ ਇੱਕ ਦੂਜੇ ਤੋਂ ਵੀ ਭਿੰਨ ਹੈ। ਸਾਡੀਆਂ ਜਿਹੜੀਆਂ ਸ਼ਕਲਾਂ ਹੈ, ਸਾਡੀ ਜਿਹੜੇ ਔਰਗਨਸ ਦੇ ਸ਼ੇਪ ਹੈ, ਈਵਨ ਟਵਿਨਸ ਵੀ ਹੈ ਤਾਂ ਉਹਨਾਂ 'ਚ ਵੀ ਕੁਛ ਨਾ ਕੁਛ ਫਰਕ ਹੁੰਦਾ ਹੈ। ਹਾਂ, when they born they look similar, but after that we can differentiate them, ਹੈ ਨਾ। ਤਾਂ ਪਰ ਫਿਰ ਵੀ ਵੇਖੀਏ ਤਾਂ ਇੱਥੇ ਤਾਂ ਗੱਲ ਹੀ ਉਲਟੀ ਹੈ ਕਿ 0.1% ਸਾਰੇ ਹਿਊਮਨਸ ਦਾ ਜਿਹੜਾ ਸੀਕੁਐਂਸ ਹੈ ਉਹ ਆਇਡੈਂਟੀਕਲ ਹੈ। ਸੋ ਇਹਦਾ ਮਤਲਬ ਜਿਹੜਾ ਇਹ ਡਿਫਰੈਂਸ ਹੈ 0.1% ਦਾ, ਇਹ ਐਪਰੈਂਟਲੀ ਇਨਸਿਗਨੀਫਿਕੈਂਟ ਤਾਂ ਹੈਗਾ, ਬਟ ਜੇ ਆਪਾਂ ਵੇਖੀਏ ਇਹ ਕਿਸ ਤਰੀਕੇ ਨਾਲ ਸਿਗਨੀਫਿਕੈਂਟ ਹੈ ਔਨ ਪਰਸਨੈਲਿਟੀ, ਬਿਹੇਵੀਅਰ, ਇੰਟੈਲੀਜੈਂਸ, ਡਿਜ਼ੀਜ਼ ਸਸਪੈਕਟੇਬਿਲਿਟੀ ਐਂਡ ਅਦਰ ਟ੍ਰੇਟਸ। Now, what was the goal of this HGP Human Genome Project? ਪਹਿਲਾ ਤਾਂ ਇਹਦਾ ਗੋਲ ਸੀਗਾ ਐਸਟੈਬਲਿਸ਼ ਕੰਪਲੀਟ ਹਿਊਮਨ ਜੀਨੋਮ ਸੀਕੁਐਂਸ ਐਂਡ ਮੇਕ ਇਟ ਫ੍ਰੀਲੀ ਅਸੈਸਿਬਲ। ਸਾਰੇ ਇਹਨੂੰ ਫ੍ਰੀਲੀ ਅਸੈਸ ਕਰ ਸਕਦੇ ਹੋਣ, ਜਿਹੜੀ ਮਰਜ਼ੀ ਲੈਬ ਦੇ ਵਿੱਚ, ਇੰਡੀਆ ਦੇ ਵਿੱਚ, ਕੈਨੇਡਾ ਦੇ ਵਿੱਚ, ਅਮਰੀਕਾ ਦੇ ਵਿੱਚ, ਸਾਰੇ ਆਪਦਾ ਕੰਮ ਕਰੀ ਜਾਣ, ਆਪਦਾ ਇਹਨੂੰ ਸਟੱਡੀ ਕਰੀ ਜਾਣ ਤਾਂ ਜੋ ਰਿਜ਼ਲਟਸ ਜਿਹੜੇ ਬੈਟਰ ਆਉਣ ਅਤੇ ਕਈ ਥਾਵਾਂ ਤੋਂ ਰਿਜ਼ਲਟ ਜਿਹੜੇ ਆ ਈਜ਼ੀਲੀ ਅਵੇਲੇਬਲ ਹੋ ਜਾਣ। ਇੰਪਰੂਵ ਦਾ ਸੀਕੁਐਂਸਿਸ ਟੈਕਨੋਲੋਜੀ ਬਾਈ ਡਿਵੈਲਪਿੰਗ ਨਿਊ ਐਂਡ ਮੋਰ ਇਫੈਕਟਿਵ ਮੈਥਡ, ਨਵੇਂ ਸੌਫਟਵੇਅਰ ਡਿਵੈਲਪਮੈਂਟ ਕਰਨੀ। Analyze sequence variation in the human genome such as single nucleotide polymorphism and other DNA sequence variation. Develop technology for functional genomics, technology develop करनी है। ਇਹਦੇ 'ਚ ਕੀ ਆ ਸਕਦਾ ਹੈ? Additional cDNA sources, technology for detailed analysis of gene expression, comprehensive study of function of non-protein coding sequence। ਹੁਣ ਜਿਹੜਾ ਕੋਡ ਨਹੀਂ ਕਰ ਰਿਹਾ, ਠੀਕ ਹੈ, ਨੋਨ ਕੋਡਿੰਗ ਸੀਕੁਐਂਸ ਹੈ, ਕਾਫੀ ਹੱਦ ਤੱਕ ਜਿਹੜਾ ਸੀਕੁਐਂਸ ਆਪਣੇ DNA ਦੇ ਵਿੱਚ ਹੁੰਦੇ ਉਹ ਨੋਨ ਕੋਡਿੰਗ ਹੀ ਹੁੰਦੇ ਹੈ। ਅਪਰੋਕਸੀਮੇਟਲੀ 90% ਨੋਨ ਕੋਡਿੰਗ ਹੈ, ਸਿਰਫ 10% ਹੀ ਹੈ ਜਿਹੜੇ ਪ੍ਰੋਟੀਨ ਫਾਰਮ ਕਰਦੇ ਆ। ਸੋ ਉਹਨਾਂ ਨੂੰ ਦੇਖਣਾ। ਇਨਕਰੇਜ ਡਿਵੈਲਪਮੈਂਟ ਟੈਕਨੋਲੋਜੀ ਫॉर ਗਲੋਬਲ protein analysis, study comprehensive genomics by completing the genome sequence of some model organism which would enhance our understanding human genome। ਜਿਵੇਂ ਮਾਊਸ, ਹੁਣ ਮਾਊਸ ਦੇ ਨਾਲ ਸਾਡਾ ਜਿਹੜਾ DNA ਉਹ 75% ਮਿਲਦਾ ਜੁਲਦਾ ਹੁੰਦਾ, ਇਸੇ ਕਰਕੇ ਸਾਰੀਆਂ ਸਟੱਡੀ ਮਾਊਸ ਦੇ ਉੱਪਰ ਹੁੰਦੀਆਂ। ਕੰਸੀਡਰ ਐਥੀਕਲ, ਲੀਗਲ, ਸੋਸ਼ਲ ਇੰਪਲੀਕੇਸ਼ਨ ਆਫ ਐਕਸਪੈਂਡਿੰਗ ਨੌਲੇਜ ਬੇਸ। ਇਹ ਚੀਜ਼ਾਂ ਵੀ ਸਟੱਡੀ ਕਰਨੀਆਂ ਹੈ ਕਿ ਐਥੀਕਲ ਹੈ, ਲੀਗਲ ਹੈ ਅਤੇ ਸੋਸ਼ਲ ਹੈ, ਵੀ ਜੋ ਅਸੀਂ ਕੰਮ ਕਰ ਰਹੇ ਹਾਂ ਇਹ ਨਾ ਹੋਵੇ ਉਹ ਐਥੀਕਲ ਗਰਾਊਂਡ ਨਾਲ ਲੀਗਲ ਗਰਾਊਂਡ 'ਤੇ ਗਲਤ ਹੋਵੇ। ਸੋ ਇਹਨੂੰ ਵੀ ਸਟੱਡੀ ਕਰਨਾ ਹੈ। ਇਟ ਇਜ਼ ਐਂਟੀਸਪੇਟਡ ਦੈਟ ਕਲੈਸ਼ ਆਫ ਦਿਸ ਨਿਊ ਐਂਡ ਐਡਵਾਂਸਡ ਨੌਲੇਜ ਵਿਦ ਪ੍ਰੀ ਐਗਜ਼ਿਸਟਿੰਗ ਐਥੀਕਲ ਐਂਡ ਫਿਲੋਸਫੀਕਲ ਪਰਸਪੈਕਟਿਵ may result in undesirable consequences which have to be taken in the care of। ਜੋ ਅਸੀਂ ਨੌਲੇਜ ਨਵੀਂ ਲਈ ਹੈ, ਸਾਡੇ ਜਿਹੜੇ ਕਲੈਸ਼ਿਸ ਹੋ ਸਕਦੇ ਹੈ ਨਵੀਂ ਐਡਵਾਂਸਡ ਨੌਲੇਜ ਅਤੇ ਪੁਰਾਣੀ ਨੌਲੇਜ ਦੇ ਵਿਚਾਲੇ, ਸੋ ਉਹਨਾਂ ਨੂੰ ਵੀ ਦੇਖਣਾ ਹੈ। ਡਿਵੈਲਪ ਬਾਇਓ ਇਨਫੋਰਮੈਟਿਕਸ ਐਂਡ ਕੰਪਿਊਟੇਸ਼ਨਲ ਬਾਇਓਲੋਜੀ, ਇੱਕ ਨਵੀਂ ਬ੍ਰਾਂਚ ਆਫ ਬਾਇਓਲੋਜੀ ਹੈ ਜਿਹਨੂੰ ਅਸੀਂ ਕੰਪਿਊਟੇਸ਼ਨਲ ਬਾਇਓਲੋਜੀ ਕਹਿੰਦੇ ਹਾਂ। ਇਹਦਾ ਮਤਲਬ ਕੀ ਹੈ ਕਿ ਅਸੀਂ ਜਿਹੜੇ ਬਾਇਓਲੋਜੀਕਲ ਰਿਜ਼ਲਟਸ ਹੈ ਉਹਨਾਂ ਦੀ ਕੰਪਿਊਟਰ ਦੇ ਥਰੂ ਉਹਨਾਂ ਦੀ ਮੈਨੀਪੂਲੇਸ਼ਨ ਕਰਨੀ, ਕੰਪਿਊਟੇਸ਼ਨ ਕਰਨੀ, ਟੂ ਇੰਪਾਰਟ ਐਡਵਾਂਸ ਟ੍ਰੇਨਿੰਗ ਟੂ ਯੰਗ ਸਾਇੰਟਿਸਟ ਐਂਡ ਐਨਕਰੇਜ ਐਸਟੈਬਲਿਸ਼ਮੈਂਟ ਆਫ ਅਕੈਡਮਿਕ ਕਰੀਅਰ ਇਨ ਦਾ ਜੀਨੋਮਿਕ ਰਿਸਰਚ। ਤਾਂ ਜੋ ਹੋਰ ਐਡਵਾਂਸ ਬਣੇ, ਅਸੀਂ ਵੱਧ ਤੋਂ ਵੱਧ ਨੌਲੇਜ ਲੈ ਸਕੀਏ। ਉਹ ਤਾਂ ਹੀ ਹੋ ਸਕਦਾ ਜੇ ਕਿ ਅਸੀਂ ਇਸ ਹਿਊਮਨ ਜੀਨੋਮ ਪ੍ਰੋਜੈਕਟ ਨੂੰ ਇੱਕ ਪ੍ਰੋਫੈਸ਼ਨਲ ਐਟੀਟਿਊਡ ਤੋਂ ਦੇਖੀਏ ਜਾਂ ਪ੍ਰੋਫੈਸ਼ਨਲ ਕਰੀਅਰ ਦੇ ਫਾਰਮ ਦੇ ਵਿੱਚ ਇਹਨੂੰ ਅਡਾਪਟ ਕਰੀਏ। ਇਸ ਦੀਆਂ ਮੈਡੀਕਲ ਇੰਪਲੀਕੇਸ਼ਨਸ ਕੀ ਹੈ? ਜਿਹੜੀਆਂ ਮੈਡੀਕਲ ਇੰਪਲੀਕੇਸ਼ਨ ਹੈ ਉਹ ਹੈ ਹਿਊਜ ਅਮਾਊਂਟ ਆਫ ਜੈਨੇਟਿਕ ਇਨਫੋਰਮੇਸ਼ਨ ਅਬਟੇਨਡ ਫਰੋਮ ਹਿਊਮਨ ਜੀਨੋਮ ਪ੍ਰੋਜੈਕਟ ਆਰ ਟ੍ਰੀਮੈਂਡਸ, ਠੀਕ ਹੈ। ਇਟ ਵੁੱਡ ਸਰਵ ਐਜ਼ ਅ ਸੋਰਸ ਫॉर ਆਈਡੈਂਟੀਫਿਕੇਸ਼ਨ ਆਫ ਹਿਊਮਨ ਡਿਜ਼ੀਜ਼ ਜੀਨ। ਜਿੰਨੀਆਂ ਵੀ ਡਿਜ਼ੀਜ਼ਡ ਜੀਨ ਹੈ ਉਹਨਾਂ ਬਾਰੇ ਵੀ ਪਤਾ ਲੱਗੇਗਾ। ਫੋਰ ਐਗਜ਼ਾਮਪਲ ਔਂਕੋਜੈਨਿਕ ਸੀਕੁਐਂਸ ਹੈ, ਆਪਣੇ ਹਰੇਕ ਪਰਸਨ ਦੇ ਵਿੱਚ ਔਂਕੋਜੀਨ ਹੁੰਦੀ ਹੈ। ਔਂਕੋਜੀਨ ਕਿਹੜੀ ਹੁੰਦੀ ਹੈ? ਵਿਚ ਕਾਜ਼ ਅ ਕੈਂਸਰ, ਠੀਕ ਹੈ, ਜਿਹੜੀ ਕੈਂਸਰ ਕਾਜ਼ ਕਰਦੀ ਹੈ। ਤਾਂ ਇਹ ਔਂਕੋਜੀਨਿਕ ਸੀਕੁਐਂਸ ਹੁੰਦਾ ਇੱਕ ਤਰ੍ਹਾਂ ਨਾਲ, ਮਤਲਬ ਸੀਕੁਐਂਸ ਮਿਊਟੇਸ਼ਨ ਹੁੰਦੀ ਹੈ ਜੀਨ ਦੇ ਵਿੱਚ। ਜਦੋਂ ਸਪੋਜ਼ ਆਪਾਂ ਗੱਲ ਕੀਤੀ ਹੋਈ ਹੈ ATGC, ਹੈ ਨਾ, ਤਾਂ ਤਿੰਨਾਂ ਦਾ ਕੋਡਨ ਹੁੰਦਾ, ਮੰਨ ਲਓ ATC ਹੈ, ਅਤੇ ਜੇ ਉਹ ACT ਬਣ ਗਿਆ ਕਿਸੇ ਕਾਰਨ, ਜਾਂ ਰੈਪਲੀਕੇਸ਼ਨ ਦੇ ਦੌਰਾਨ ਜਾਂ ਟਰਾਂਸਕ੍ਰਿਪਸ਼ਨ ਦੇ ਦੌਰਾਨ, ਤਾਂ ਉਦੋਂ ਉਹ
ਇੱਕ ਮਿਊਟਡ ਜੀਨ ਬਣ ਜਾਂਦੀ ਹੈ ਜਿਹਨੂੰ ਕੈਂਸਰਸ ਜੀਨ ਬੋਲਦੇ ਆ, ਜਿਹੜੀ ਕਿ ਸੈੱਲ ਡਿਵੀਜ਼ਨ ਨੂੰ ਆਊਟ ਆਫ ਕੰਟਰੋਲ ਕਰ ਦਿੰਦੀ ਹੈ। Advancement in biotechnology with regard to the development of useful genes would expand the scope of gene therapy and open new way of combating disease। ਤਾਂ ਇਸ ਤਰੀਕੇ ਨਾਲ ਅਸੀਂ ਡਿਜ਼ੀਜ਼ ਨਾਲ ਲੜਨ ਲਈ ਹੋਰ ਸਮਰੱਥ ਹੋ ਜਾਵਾਂਗੇ। ਜਿਵੇਂ ਹੁਣ ਕਰੋਨਾ ਹੈ, ਕਰੋਨਾ ਵਾਇਰਸ ਹੈ, ਸਾਨੂੰ ਹਜੇ ਜਿਨੋਮ ਬਾਰੇ ਨਹੀਂ ਉਹਦਾ ਪਤਾ, ਉਹ ਜਿਵੇਂ ਜਿਵੇਂ ਪਤਾ ਲੱਗੀ ਜਾਂਦਾ ਨਵੇਂ ਨਵੇਂ ਰੋਜ਼ ਖੁਲਾਸੇ ਹੋਈ ਜਾਂਦੇ ਆ, ਰਿਜ਼ਲਟਸ ਆਈ ਜਾਂਦੇ ਆ। ਸੋ ਇਹ ਤਾਂ ਹੀ ਪੋਸੀਬਲ ਹੋਇਆ ਕਿ ਅਸੀਂ ਇਹ ਟੈਕਨੋਲੋਜੀ ਡਿਵੈਲਪ ਕਰ ਲਈ ਹੈ। ਇਟ ਮੇ ਈਵਨ ਇਨੀਸ਼ੀਏਟ ਨਿਊ ਫੀਲਡ ਸੱਚ ਐਜ਼ ਫਾਰਮੋਜੈਨੋਮਿਕਸ। ਇਹਦੇ ਬੇਸ 'ਤੇ ਅਸੀਂ ਮੈਡੀਸਨ ਜੈਨੋਮਿਕਸ ਜਿਹੜੀ ਹੈ, ਦੈਟ ਇਜ਼ ਅ ਫੀਲਡ ਆਫ ਫਾਰਮਾਟੀਕਲ ਸਾਇੰਸ, ਮੀਨ ਟੂ ਸੇ ਫਾਰਮੇਸੀ ਦੀ ਹੈ। ਫਾਰਮੇਸੀ ਮੀਨ ਮੈਡੀਸਨਸ which would individualized therapies depending on genetic makeup of the patient ਦੇ ਜੈਨੇਟਿਕ ਮੇਕਅਪ ਦੇ ਹਿਸਾਬ ਨਾਲ ਅਸੀਂ ਦਵਾਈਆਂ ਬਣਾਵਾਂਗੇ। ਜਦੋਂ ਇਹ ਜਿਹੜਾ ਸਾਡਾ ਪ੍ਰੋਜੈਕਟ ਹੈ ਇਹਦੇ 'ਚ ਅਸੀਂ ਸਕਸੈਸਫੁਲ ਹੋ ਜਾਵਾਂਗੇ ਤਾਂ ਅਸੀਂ ਹਰੇਕ ਬੰਦੇ ਦੀ ਜਿਹੜੀ ਜੈਨੇਟਿਕ ਮੇਕਅਪ ਹੈ ਉਹਦੇ ਹਿਸਾਬ ਨਾਲ ਉਹ ਪਰਟੀਕੂਲਰ ਮੈਡੀਸਨ ਬਣੇਗੀ। ਸੋ ਇਹਦੀਆਂ ਐਪਲੀਕੇਸ਼ਨਸ ਕੀ ਹੈ? ਫਸਟ, ਆਈਡੈਂਟੀਫਿਕੇਸ਼ਨ ਆਫ ਹਿਊਮਨ ਜੀਨਸ ਅਤੇ ਉਹਨਾਂ ਦੇ ਫੰਕਸ਼ਨ, ਅੰਡਰਲਾਈੰਗ ਜਾਂ ਅੰਡਰਸਟੈਂਡਿੰਗ ਆਫ ਪੋਲੀਜੈਨਿਕ ਡਿਸਆਰਡਰ, ਜਿਵੇਂ ਕੈਂਸਰ, ਹਾਈਪਰਟੈਂਸ਼ਨ ਹੈ, ਡਾਇਬਟੀਜ਼ ਹੈ, ਇਹ ਸਾਰੇ ਜਿਹੜੇ ਪੋਲੀਜੈਨਿਕ ਡਿਸਆਰਡਰ ਹੈ ਇਹਨਾਂ ਬਾਰੇ ਪਤਾ ਕਰਨਾ। ਇੰਪਰੂਵਮੈਂਟ ਜੀਨ ਥੈਰੇਪੀ ਦੀ ਕਰਨੀ, ਇੰਪਰੂਵ ਡਾਇਗਨੋਸਿਸ ਆਫ ਡਿਜ਼ੀਜ਼ ਦੀ ਹੋਰ ਇੰਪਰੂਵਮੈਂਟ, ਡਾਇਗਨੋਸਿਸ ਦਾ ਪਤਾ ਲਾਉਣਾ। ਡਿਵੈਲਪਮੈਂਟ ਆਫ ਫਾਰਮਾਕੋਜੈਨੇਸਿਸ, ਤਾਂ ਜਿਹੜੀਆਂ ਉਹਦੇ ਰਿਲੇਟਡ ਮੈਡੀਸਨਸ ਹੈ ਉਹਨਾਂ ਦਾ ਪਤਾ ਲਗਾਉਣਾ। ਜੈਨੇਟਿਕ ਬੇਸਿਸ ਆਫ ਸਾਈਕੈਟ੍ਰਿਕ ਡਿਸਆਰਡਰ, ਹੁਣ ਕਈ ਬੱਚੇ ਸ਼ੁਰੂ ਤੋਂ ਹੀ ਮੈਂਟਲੀ ਸਨਕੀ ਹੁੰਦੇ ਆ, ਜਾਂ ਕਹਿ ਲਓ ਕਿ ਉਹ ਥੋੜ੍ਹੇ ਜਿਹੇ ਨੋਰਮਲ ਨਹੀਂ ਹੁੰਦੇ ਹੈ ਨਾ, ਜਾਂ ਹਾਈਪਰ ਐਕਟਿਵ ਹੁੰਦੇ ਆ ਜਾਂ ਲੋ ਐਕਟਿਵ ਹੁੰਦੇ ਆ। ਜੀਨੀਅਸ ਬੱਚੇ ਵੀ ਇਹਦੇ 'ਚ ਹੀ ਆਉਂਦੇ ਆ, ਸਾਈਕੈਟ੍ਰਿਕ ਹੁੰਦੇ ਆ ਉਹ। ਸੋ ਦਿਸ ਇਜ਼ ਅ ਜੈਨੇਟਿਕ ਬੇਸਿਸ ਆਫ ਸਾਈਕੈਟ੍ਰਿਕ ਡਿਸਆਰਡਰਸ। ਅੰਡਰਸਟੈਂਡਿੰਗ ਆਫ ਕੰਪਲੈਕਸ ਸੋਸ਼ਲ ਟਰਾਇਡ, ਇੰਪਰੂਵਡ ਨੌਲੇਜ ਆਫ ਮਿਊਟੇਸ਼ਨ, ਚੇਂਜਿਸ ਜਿਹੜੀ ਹੁੰਦੀਆਂ ਸਾਡੀਆਂ ਟਾਈਮ ਟੂ ਟਾਈਮ, ਤਾਂ ਉਹਨਾਂ ਬਾਰੇ ਇੰਪਰੂਵ ਨੌਲੇਜ ਮਿਲੇਗੀ ਸਾਨੂੰ। ਬੈਟਰ ਅੰਡਰਸਟੈਂਡਿੰਗ ਆਫ ਡਿਵੈਲਪਮੈਂਟਲ ਬਾਇਓਲੋਜੀ ਇਹਨੂੰ ਅਸੀਂ ਬੋਲਦੇ ਹਾਂ। ਤਾਂ ਬਾਇਓਟੈਕਨੋਲੋਜੀ ਅਤੇ ਬਾਇਓਲੋਜੀ ਦੀ ਡਿਵੈਲਪਮੈਂਟਲ ਜਿਹੜਾ ਆਸਪੈਕਟ ਹੈ ਉਹਦੇ ਬਾਰੇ ਵੀ ਸਾਨੂੰ ਪਤਾ ਲੱਗੇਗਾ। ਬੜਾ ਇੰਪੋਰਟੈਂਟ ਪ੍ਰੋਜੈਕਟ ਹੈ, ਸੋ ਇਹਨੂੰ ਸਟੱਡੀ ਕਰ ਲੈਣਾ ਹੈ। ਥੈਂਕ ਯੂ।